ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਕਿਤਾਬ ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ, ਜਿਸ ਦੇ ਲੇਖਕ ਹਨ MS ਕਿੰਗ, ਅਤੇ ਇਸ ਕਿਤਾਬ ਦਾ ਅਨੁਵਾਦ ਕੀਤਾ ਹੈ ਡਾਕਟਰ ਦਲਜੀਤ ਸਿੰਘ ਨੇ। ਆਵਾਜ਼ ਭਾਈ ਗੁਰਦੀਪ ਸਿੰਘ। ਕਿਤਾਬ ਦਾ ਮੁੱਖ ਬੰਦ। ਪਹਿਲਾਂ ਲੋਕ ਆਪਣੀ ਮਿਹਨਤ ਦੀ ਪੈਦਾਵਾਰ ਖੇਤੀ ਜਾਂ ਕਾਰੀਗਰੀ ਵੱਟੇ ਸੱਟੇ ਨਾਲ ਵੰਡ ਲੈਂਦੇ ਸਨ। ਅਜਿਹਾ ਵਪਾਰ ਤਾਂ ਕੇਵਲ ਸਥਾਨਕ ਹੀ ਹੁੰਦਾ ਸੀ। ਫਿਰ ਪੈਦਾ ਹੋਇਆ ਖਰੀਦ ਸ਼ਕਤੀ ਵਾਲਾ ਸਿੱਕਾ, ਸੋਨੇ ਚਾਂਦੀ ਅਤੇ ਤਾਂਬੇ ਦਾ। ਜੇਬ ਵਿੱਚ ਪਾ ਕੇ ਲੈ ਜਾਵੋ, ਜਿੱਥੋਂ ਮਰਜ਼ੀ ਖਰੀਦ ਲਵੋ। ਉਸ ਦੇ ਵੱਟੇ ਵਿੱਚ ਕੋਈ ਵੀ ਸ਼ੈ ਜਾਂ ਕਿਸੇ ਦੀ ਮਿਹਨਤ। ਸਿੱਕੇ ਬਣਾਉਂਦੇ ਸਨ ਰਾਜੇ ਮਹਾਰਾਜੇ, ਜਿਨ੍ਹਾਂ ਦੇ ਬਦਲਣ ਪਿੱਛੋਂ ਵੀ ਸਿੱਕਿਆਂ ਦੀ ਖਰੀਦ ਸ਼ਕਤੀ ਕਾਇਮ ਰਹਿੰਦੀ ਸੀ। ਸਿੱਕੇ ਬਣਾਉਣ ਲਈ ਸੁਨਿਆਰੇ ਚਾਹੀਦੇ ਸਨ ਅਤੇ ਧਾਤਾਂ ਵੀ। ਸੁਨਿਆਰਿਆਂ ਨੇ ਗਹਿਣੇ ਵੀ ਬਣਾਉਣੇ ਅਤੇ ਸਿੱਕੇ ਵੀ। ਚੋਰੀ ਤੋਂ ਬਚਾਉਣ ਲਈ ਉਹਨਾਂ ਨੇ ਲੌਕਰ ਸੇਫ ਬਣਾਏ। ਲੋਕਾਂ ਨੇ ਵੀ ਆਪਣੇ ਸਿੱਕੇ, ਖਾਸ ਕਰਕੇ ਸੋਨਾ ਗਹਿਣੇ ਸੁਨਿਆਰੇ ਕੋਲੇ ਰੱਖ ਜਾਣੇ ਅਤੇ ਰਸੀਦ ਲੈ ਜਾਣੀ। ਇੰਝ ਖਰੀਦਣ ਵੇਚਣ ਲਈ ਸੁਨਿਆਰਿਆਂ ਦੀਆਂ ਪਰਚੀਆਂ ਚੱਲਣ ਲੱਗ ਪਈਆਂ। ਇਤਬਾਰ ਦੀ ਗੱਲ ਸੀ, ਸੁਨਿਆਰੇ ਨੂੰ ਪਰਚੀ ਵਾਪਸ ਕਰੋ ਅਤੇ ਆਪਣਾ ਮਾਲ ਚੱਕ ਲਵੋ। ਇਸ ਸੇਵਾ ਲਈ ਸੁਨਿਆਰੇ ਨੂੰ ਕੁਝ ਨਾ ਕੁਝ ਮਿਲ ਜਾਂਦਾ ਸੀ। ਸੁਨਿਆਰਿਆਂ ਨੇ ਵੇਖਿਆ ਕਿ ਲੋਕ ਉਸ ਦੀਆਂ ਪਰਚੀਆਂ ਉੱਤੇ ਪੂਰਾ ਇਤਬਾਰ ਕਰਦੇ ਸਨ। ਉਸਨੇ ਤਿਜੋਰੀ ਵਿੱਚ ਪਏ ਆਪਣੇ ਅਤੇ ਲੋਕਾਂ ਦੇ ਪਏ ਸੋਨੇ ਨਾਲੋਂ ਵੱਧ ਪਰਚੀਆਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਦੀ ਲਹਿਰ ਬਹਿਰ ਹੋ ਗਈ। ਸੁਨਿਆਰਿਆਂ ਤੋਂ ਬੈਂਕਰ ਬਣ ਗਏ। ਸੋਨਾ ਵੀ ਰੱਖਦੇ ਸਨ ਅਤੇ ਫਾਲਤੂ ਨੋਟ ਵੀ ਛਾਪਦੇ ਸਨ। ਮਹਾਰਾਜਿਆਂ ਦੀਆਂ ਸਿੱਕਿਆਂ ਦੀਆਂ ਟਕਸਾਲਾਂ ਦੀ ਥਾਂ ਲੈ ਲਈ ਬੈਂਕਰਾਂ ਨੇ। ਸਿੱਕਿਆਂ ਉੱਤੇ ਮਹਾਰਾਜੇ ਦਾ ਚਿੱਤਰ ਹੁੰਦਾ ਸੀ, ਹੁਣ ਬੈਂਕ ਨੋਟਾਂ ਉੱਤੇ ਆ ਗਿਆ। ਬੈਂਕਰਾਂ ਨੇ ਮਹਾਰਾਜਿਆਂ ਤੋਂ ਵੀ ਸੂਦ ਲੈਣਾ ਅਤੇ ਰਿਆਇਆਂ ਤੋਂ ਵੀ। ਰਾਜਿਆਂ ਦੇ ਰਾਜ ਕਰਜ਼ਿਆਂ ਅਤੇ ਟੈਕਸਾਂ ਉੱਤੇ ਚੱਲਣ ਲੱਗੇ। ਇੱਕ ਹੁਸ਼ਿਆਰ ਬੈਂਕਰ ਆਇਆ, ਰੌਥਚਾਇਲਡ, ਜਿਸ ਦੇ 5 ਪੁੱਤਰ ਯੂਰਪ ਵਿੱਚ ਖਿੱਲਰ ਗਏ। ਉਹਨਾਂ ਆਪਣੀ ਆਮਦਨ ਵਧਾਉਣ ਦਾ ਨਵਾਂ ਢੰਗ ਲੱਭਿਆ। ਰਾਜਿਆਂ ਨੂੰ ਇੱਕ ਦੂਜੇ ਨਾਲ ਲੜਾਓ, ਖਰਚੇ ਵਧਣਗੇ, ਕਰਜ਼ੇ ਵਧਣਗੇ ਅਤੇ ਬੈਂਕਰ ਅਮੀਰ ਹੋਣਗੇ। ਲੜਾਈ ਦੇ ਦੋਵੇਂ ਪਾਸੇ ਰਾਜਿਆਂ ਦੀ ਪਿੱਠ ਉੱਤੇ ਖਰਚੇ ਲਈ ਬੈਂਕਰ ਭਰਾ। ਹਾਰੇ ਹੋਏ ਰਾਜੇ ਦਾ ਬੈਂਕਰ ਕਰਜ਼ਾ ਜੇਤੂ ਰਾਜਾ ਪੂਰਾ ਕਰਦਾ ਸੀ। ਯੂਰਪੀ ਰਾਜੇ ਮਹਾਰਾਜੇ ਧਰਤੀ ਉੱਤੇ ਛਾ ਗਏ। ਹਰ ਮਹਾਂਦੀਪ ਵਿੱਚ ਬਸਤੀਆਂ ਹੀ ਬਸਤੀਆਂ। ਹਰ ਸਮੇਂ ਉਹਨਾਂ ਦੀ ਆਪੋ ਵਿੱਚ ਲੜਾਈ, ਬੈਂਕਰਾਂ ਦੀ ਕੁਸਾਈ। ਰਾਜ ਪਲਟੇ, ਇਨਕਲਾਬ, ਛੋਟੀਆਂ ਵੱਡੀਆਂ ਜੰਗਾਂ ਅਤੇ ਵਿਸ਼ਵ ਜੰਗਾਂ, ਸਭਨਾਂ ਦੇ ਪਿੱਛੇ ਬੈਂਕਰ ਸਨ। ਵੈਰ ਵਿਰੋਧ ਅਤੇ ਦੇਸ਼ ਵਿਚਕਾਰ ਤਣਾਅ ਪੈਦਾ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਲੰਮੀਆਂ ਸੋਚਾਂ। ਰੌਥਚਾਇਲਡ ਟੱਬਰ ਦੇ ਪਿਤਾਮਾ ਨੇ ਸ਼ੁਰੂ ਵਿੱਚ ਹੀ ਸੋਚ ਲਿਆ ਸੀ ਕਿ ਬੈਂਕਿੰਗ ਪ੍ਰਣਾਲੀ ਰਾਹੀਂ ਕੁੱਲ ਦੁਨੀਆ ਉਹਨਾਂ ਦੀ ਮੁੱਠੀ ਵਿੱਚ ਆ ਸਕਦੀ ਹੈ, ਜਿਸ ਨੂੰ ਨਾਂ ਦਿੱਤਾ ਗਿਆ ਨਿਊ ਵਰਲਡ ਆਰਡਰ। ਪਿਛਲੇ 250 ਸਾਲ ਦਾ ਇਤਿਹਾਸ ਇਸੇ ਟੀਚੇ ਨੂੰ ਸਾਹਮਣੇ ਰੱਖ ਕੇ ਉਲੀਕਿਆ ਗਿਆ ਹੈ। ਇਸ ਦੀ ਕਾਰਗੁਜ਼ਾਰੀ ਇੰਨੀ ਖੂਬਸੂਰਤੀ ਨਾਲ, ਇੰਨੇ ਲੁਕਵੇਂ ਢੰਗ ਨਾਲ ਕੀਤੀ ਗਈ ਹੈ ਕਿ ਕਿਸੇ ਨੂੰ ਭਿਣਕ ਨਹੀਂ ਪਈ ਕਿ ਜੋ ਵੀ ਉਥਲ-ਪੁਥਲ ਹੁੰਦੀ ਰਹੀ ਜਾਂ ਹੋ ਰਹੀ ਹੈ, ਉਸ ਦੇ ਪਿੱਛੇ ਕੌਣ ਹੈ। ਕਰਦੇ ਕਰਾਉਂਦੇ ਬਹੁਤੇ ਦੇਸ਼ਾਂ ਦੇ ਕੇਂਦਰੀ ਬੈਂਕ, ਇੰਟਰਨੈਸ਼ਨਲ ਮਾਨੀਟਰੀ ਫੰਡ, ਵਰਲਡ ਬੈਂਕ ਆਦਿ ਅਤੇ UNO ਤੱਕ ਰੌਥਚਾਇਲਡ ਅਤੇ ਉਸਦੇ ਸਾਥੀ ਬੈਂਕਰਾਂ ਦੀ ਮੁੱਠੀ ਦੇ ਵਿੱਚ ਸਨ। ਬੈਂਕਰਾਂ ਦੇ ਨਿਊ ਵਰਲਡ ਆਰਡਰ ਦੇ ਟੀਚੇ ਦੀ ਪੂਰਤੀ ਦੇ ਰਾਹ ਵਿੱਚ ਇੱਕ ਰੋੜਾ ਆ ਗਿਆ। ਲੋਕਾਂ ਅੰਦਰ ਵੱਧ ਰਹੀ ਚੇਤਨਾ ਅਤੇ ਗਿਆਨ। ਉਹ ਵੱਧਦੀ ਗਿਣਤੀ ਵਿੱਚ ਜਾਣਨ ਲੱਗ ਪਏ ਹਨ ਕਿ ਧਰਤੀ ਉੱਤੇ ਕੁੱਲ ਪਵਾੜਿਆਂ ਦੀ ਜੜ ਕੌਣ ਹੈ, ਜੰਗਾਂ ਅਤੇ ਤਬਾਹੀਆਂ ਲਈ ਜ਼ਿੰਮੇਵਾਰ ਕੌਣ ਹੈ, ਅਤੇ ਲੋਕਾਂ ਦੀ ਲਗਾਤਾਰ ਵੱਧ ਰਹੀ ਗਰੀਬੀ ਅਤੇ ਬਦਹਾਲੀ ਕਿਸ ਦੀ ਮਿਹਰਬਾਨੀ ਹੈ। ਅੱਜ ਉਹ ਸਮਾਂ ਹੈ ਜਦੋਂ ਭੂਗੋਲੀ ਬੈਂਕਰਾਂ ਅਤੇ ਕੁੱਲ ਲੁਕਾਈ ਵਿਚਕਾਰ ਸੋਚ ਦੀ ਪੱਧਰ ਉੱਤੇ ਜੰਗ ਸ਼ੁਰੂ ਹੋ ਚੁੱਕੀ ਹੈ। ਇਹ ਵੇਖਣਾ ਰਹਿ ਗਿਆ ਹੈ ਕਿ ਲੁਕਾਈ ਜਿੱਤੇਗੀ ਜਾਂ ਉਸਨੂੰ ਇੱਕ ਨਵੀਂ ਵਿਸ਼ਵ ਜੰਗ ਵਿੱਚ ਡੋਬ ਕੇ ਬੇਵੱਸ ਕੀਤਾ ਜਾਵੇਗਾ। ਅੰਤ ਜੋ ਵੀ ਟੁੱਟ ਭੱਜ ਬਚੇਗੀ। ਭੂਗੋਲੀ ਬੈਂਕਰ ਲੁਕਾਈ ਦੀ ਰਹਿੰਦ ਖੂੰਹਦ ਲਈ ਫਰਿਸ਼ਤੇ ਬਣ ਕੇ ਨਿਊ ਵਰਲਡ ਆਰਡਰ ਨੂੰ ਹੋਂਦ ਵਿੱਚ ਲਿਆਉਣਗੇ। KS ਕਿੰਗ ਨੇ ਇੱਕ ਨਿਹਾਇਤ ਖੂਬਸੂਰਤ ਕਿਤਾਬ ਪਲੈਨਟ ਰੌਥਚਾਇਲਡ ਦੇ ਕੁੱਜੇ ਅੰਦਰ ਪਿਛਲੇ 250 ਸਾਲਾਂ ਦੇ ਕੁੱਲ ਧਰਤੀ ਦੇ ਉੱਤੇ ਆਉਂਦੇ ਉਤਾਰ ਚੜ੍ਹਾਅ
ਸੰਖੇਪ ਵਿੱਚ ਬੰਦ ਕਰ ਦਿੱਤੇ ਹਨ। ਮੇਰੇ ਉੱਤੇ ਪ੍ਰਭਾਵ ਪਿਆ, ਇੱਥੋਂ ਤੱਕ ਕਿ ਮੈਂ ਇੱਕ ਪੁਸਤਕ ਦਾ ਅਨੁਵਾਦ ਕਰਨ ਲਈ ਠਾਣ ਲਈ। ਲੇਖਕ ਕੋਲੋਂ ਆਗਿਆ ਵੀ ਲੈ ਲਈ। ਡਾਕਟਰ ਦਲਜੀਤ ਸਿੰਘ। ਭਾਗ ਪਹਿਲਾ 1763 ਤੋਂ 1820। 1763 ਨਿਊ ਵਰਲਡ ਆਰਡਰ ਦਾ ਜਨਮ। ਰੋਥਚਾਇਲਡ ਬੈਂਕਿੰਗ ਘਰਾਣਾ ਜੜ ਫੜ ਲੈਂਦਾ ਹੈ। ਇੱਕ ਸੁਨਿਆਰਾ ਅਮਸ਼ਲ ਮੋਸਿਸ ਬਾਰ ਜਰਮਨੀ ਦੇ ਫਰੈਂਕਫਰਟ ਸ਼ਹਿਰ ਅੰਦਰ ਸਿੱਕਿਆਂ ਦੀ ਦੁਕਾਨ ਖੋਲ੍ਹਦਾ ਹੈ। ਉਹ ਆਪਣੇ ਦਰਵਾਜ਼ੇ ਦੇ ਉੱਪਰ ਦੋ ਚਿੰਨ੍ਹ ਟੰਗਦਾ ਹੈ, ਇੱਕ ਰੋਮਨ ਈਗਲ ਇਲ ਅਤੇ ਇੱਕ ਲਾਲ ਢਾਲ। ਇਹ ਦੁਕਾਨ ਲਾਲ ਢਾਲ ਦੇ ਨਾਂ ਨਾਲ ਵੀ ਪਛਾਣੀ ਜਾਣ ਲੱਗੀ। ਜਰਮਨ ਸ਼ਬਦ ਹੈ ਰੋਥਚਾਇਲਡ। ਅਮਸ਼ਲ ਬਾਰ ਦਾ ਇੱਕ ਬਹੁਤ ਹੋਣਹਾਰ ਸਿਆਣਾ ਪੁੱਤਰ ਹੈ, ਮੇਅਰ ਅਮਸ਼ਲ ਬਾਰ। ਉਸ ਦਾ ਪਿਤਾ ਸ਼ਾਹੂਕਾਰੇ, ਵਪਾਰ ਅਤੇ ਫਾਈਨੈਂਸ ਬਾਰੇ ਪੂਰੇ ਵਿਸਤਾਰ ਨਾਲ ਸਿਖਾਈ ਗਿਆ। ਸੰਨ 1755 ਵਿੱਚ ਬਾਰ ਦੀ ਮੌਤ ਹੋ ਗਈ ਤਾਂ ਮੇਅਰ ਹੈਨੋਵਰ ਸ਼ਹਿਰ ਵਿੱਚ ਬੈਂਕ ਵਿੱਚ ਨੌਕਰੀ ਕਰਨ ਗਿਆ। ਇਹ ਬੈਂਕ ਓਪਨਹੀਮਰ ਪਰਿਵਾਰ ਦਾ ਸੀ। ਮੇਅਰ ਦੀ ਸੁਘੜ ਸਿਆਣਪਤਾ ਕਾਰਨ ਕੰਪਨੀ ਦੇ ਅੰਦਰ ਉਸਨੂੰ ਛੋਟਾ ਭਾਈ ਵੱਲ ਥਾਪਿਆ ਗਿਆ। ਕਾਮਯਾਬੀ ਹਾਸਲ ਕਰਨ ਪਿੱਛੋਂ ਉਹ ਵਾਪਸ ਫਰੈਂਕਫਰਟ ਆ ਗਿਆ, ਜਿੱਥੇ ਆਪਣੇ 1743 ਅੰਦਰ ਸ਼ੁਰੂ ਕੀਤਾ ਪਿਤਾ ਦਾ ਬਿਜ਼ਨਸ ਵਾਪਸ ਖਰੀਦ ਲਿਆ। ਲਾਲ ਢਾਲ ਅਜੇ ਵੀ ਦਰਵਾਜ਼ੇ ਉੱਤੇ ਲਟਕ ਰਹੀ ਸੀ। ਲਾਲ ਢਾਲ ਨੂੰ ਚੰਗਾ ਸ਼ਗਨ ਜਾਣ ਕੇ ਆਪਣਾ ਨਾਮ ਮੇਅਰ ਅਮਸ਼ਲ ਬਾਰ ਤੋਂ ਬਦਲ ਕੇ ਬਾਰ ਦੀ ਥਾਂ ਟੱਬਰ ਦਾ ਨਾਂ ਰੱਖਿਆ ਗਿਆ ਰੋਥਚਾਇਲਡ। ਇੰਜ ਰੋਥਚਾਇਲਡ ਘਰਾਣੇ ਦਾ ਆਰੰਭ ਹੋਇਆ। ਓਪਨਹੀਮਰਾਂ ਦੇ ਨਾਲ ਕੰਮ ਕਰਕੇ ਰੋਥਚਾਇਲਡ ਨੂੰ ਗਿਆਨ ਹੁੰਦਾ ਹੈ ਕਿ ਵਿਅਕਤੀਆਂ ਨੂੰ ਉਧਾਰ ਦੇਣ ਦੀ ਥਾਂ ਸਰਕਾਰਾਂ ਨੂੰ ਕਰਜ਼ੇ ਦੇਣਾ ਜ਼ਿਆਦਾ ਲਾਹੇਵੰਦ ਹੈ। ਇੱਕ ਤਾਂ ਇਹ ਕਰਜ਼ੇ ਕਿਤੇ ਵੱਡੇ ਹੁੰਦੇ ਹਨ ਅਤੇ ਦੂਜਾ ਉਹ ਕਦੇ ਮਰਦੇ ਨਹੀਂ। ਸਰਕਾਰ ਲੋਕਾਂ ਉੱਤੇ ਟੈਕਸ ਲਾ ਕੇ ਰਕਮ ਇਕੱਠੀ ਕਰ ਲੈਂਦੀ ਸੀ। ਵਿਸ਼ਵ ਦੇ ਇਤਿਹਾਸ ਅੰਦਰ ਅੱਜ ਤੱਕ ਰੋਥਚਾਇਲਡ ਘਰਾਣਾ ਸਭ ਤੋਂ ਅਮੀਰ ਘਰਾਣਾ ਬਣਦਾ ਹੈ। ਫੋਰਬਿਸ ਮੈਗਜ਼ੀਨ ਅੰਦਰ ਮੇਅਰ ਅਮਸ਼ਲ ਰੋਥਚਾਇਲਡ ਨੂੰ ਅੰਤਰਰਾਸ਼ਟਰੀ ਫਾਈਨੈਂਸ ਦਾ ਜਨਮਦਾਤਾ ਆਖਦੀ ਹੈ। ਰੋਥਚਾਇਲਡ ਦੇ 5 ਪੁੱਤਰ ਵੱਖ-ਵੱਖ ਦੇਸ਼ਾਂ ਅੰਦਰ ਖੰਭ ਖਿਲਾਰ ਕੇ ਬੈਂਕਿੰਗ ਘਰਾਣੇ ਚਾਲੂ ਕਰਦੇ ਹਨ। ਇਹ ਦੇਸ਼ ਹਨ ਆਸਟਰੀਆ, ਇਟਲੀ, ਫਰਾਂਸ ਅਤੇ ਇੰਗਲੈਂਡ। ਉੱਥੇ ਉਹ ਯੂਰਪੀ ਮਹਾਰਾਜਿਆਂ ਨੂੰ ਦੋਵੇਂ ਪਾਸੇ ਮਾਇਕ ਕਰਜ਼ੇ ਦੇ ਕੇ ਯੂਰਪ ਅੰਦਰ ਲੜਾਈਆਂ ਕਰਵਾਉਂਦੇ ਰਹੇ ਅਤੇ ਇਸ ਚੱਕਰ ਵਿੱਚ ਆਪ ਅਮੀਰ ਹੁੰਦੇ ਗਏ। ਅੱਜ ਦੇ ਦਿਨ ਤੱਕ ਰੋਥਚਾਇਲਡ ਘਰਾਣਾ ਅਤੇ ਉਸਦੇ ਸਾਥੀ ਵਿਸ਼ਵ ਫਾਈਨਾਂਸ ਅੰਦਰ ਸਭ ਤੋਂ ਵੱਡੀ ਸ਼ਕਤੀ ਹਨ। ਗਲੋਬਲਿਜ਼ਮ, ਭੂਗੋਲਵਾਦ, ਪਰਿਆਵਰਣ ਖੇਤਰ ਅਤੇ ਲਿਬਰਲਿਜ਼ਮ ਉਦਾਰਤਾਵਾਦ ਅੰਦਰ ਸਭ ਤੋਂ ਅੱਗੇ। ਯਹੂਦੀ ਜ਼ਾਇਓਨਿਸਟ ਰੋਥਚਾਇਲਡ ਟੱਬਰ ਨੇ 19ਵੀਂ ਸਦੀ ਵਿੱਚ ਇਜ਼ਰਾਈਲ ਕਾਇਮ ਕਰਨ ਲਈ ਬਹੁਤ ਵੱਡਾ ਹਿੱਸਾ ਪਾਇਆ। ਇਹ ਵੀ ਸ਼ੱਕ ਕੀਤਾ ਜਾ ਸਕਦਾ ਹੈ ਕਿ ਨਿਊ ਵਰਲਡ ਆਰਡਰ ਦਾ ਅਸਲ ਪਿਤਾਮਾ ਗਾਡਫਾਦਰ ਮੇਅਰ ਅਮਸ਼ਲ ਰੋਥਚਾਇਲਡ ਹੈ। 1764 ਬ੍ਰਿਟਿਸ਼ ਕਰੰਸੀ ਐਕਟ ਹੇਠ ਅਮਰੀਕਨ ਬਸਤੀ ਅੰਦਰ ਕਰਜ਼ਾ ਮੁਕਤ ਕਰੰਸੀ ਪੈਦਾ ਕਰਨ ਉੱਤੇ ਮਨਾਹੀ ਕੀਤੀ ਜਾਂਦੀ ਹੈ। 1764 ਦਾ ਕਰੰਸੀ ਕਾਨੂੰਨ ਇੱਕ ਬਰਤਾਨਵੀ ਕਾਨੂੰਨ ਹੈ ਜੋ ਉਸ ਦੀਆਂ ਅਮਰੀਕਨ ਬਸਤੀਆਂ ਦੀਆਂ ਮਾਇਕ ਨੀਤੀਆਂ ਉੱਤੇ ਠੋਸਿਆ ਜਾਂਦਾ ਹੈ। ਇਹ ਐਕਟ ਕਾਨੂੰਨ 1751 ਦੇ ਪਹਿਲੇ ਕਾਨੂੰਨ ਦੀਆਂ ਧਾਰਾਵਾਂ ਵਿੱਚ ਇੰਜ ਬਦਲਾਅ ਲਿਆਉਂਦਾ ਹੈ ਕਿ ਬਸਤੀਆਂ ਦੇ ਅੰਦਰ ਪੈਦਾ ਕੀਤੀ ਗਈ ਕਾਗਜ਼ੀ ਕਰਜ਼ਾ ਮੁਕਤ ਕਰੰਸੀ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੇਗੀ। ਕਰੰਸੀ ਐਕਟ ਦੇ ਨਾਲ ਬ੍ਰਿਟੇਨ ਅਤੇ ਉਸਦੀਆਂ ਅਮਰੀਕੀ ਬਸਤੀਆਂ ਵਿਚਾਲੇ ਖਿੱਚੋਤਾਣ ਪੈ ਜਾਂਦੀ ਹੈ। 1774 ਵਿੱਚ ਪਹਿਲੀ ਕਾਂਟੀਨੈਂਟਲ ਕਾਂਗਰਸ ਵਿੱਚ ਇਸ ਐਕਟ ਉੱਤੇ ਭਾਰੀ ਇਤਰਾਜ਼ ਉਠਾਏ ਗਏ। ਭਈ ਇਹ ਐਕਟ ਅਮਰੀਕੀ ਹੱਕਾਂ ਦੀਆਂ ਜੜ੍ਹਾਂ ਵੱਢਦਾ ਹੈ। ਅਮਰੀਕੀ ਇਨਕਲਾਬ ਦਾ ਇਹ ਤੱਥ ਥੋੜ੍ਹਿਆਂ ਨੂੰ ਹੀ ਪਤਾ ਹੈ। ਬਸਤੀ ਲੋਕਾਂ ਦਾ ਕਰਜ਼ਾ ਮੁਕਤ ਕਰੰਸੀ ਪੈਦਾ ਕਰਨ ਦਾ ਹੱਕ ਅਤੇ ਉਸ ਨੂੰ ਵਰਤੋਂ ਵਿੱਚ ਲਿਆਉਣਾ ਪ੍ਰਾਈਵੇਟ ਬੈਂਕਾਂ ਦੀ ਨਿੱਜੀ ਕਰਜ਼ੇ ਲੱਦੀ ਕਰੰਸੀ ਦਾ ਖਿਲਾਰ ਕਰਨ ਵਿਰੁੱਧ ਇਨਕਲਾਬ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਸੀ। ਮਾਰਚ 5, 1773 ਬੋਸਟਨ ਕਤਲ। ਬ੍ਰਿਟਿਸ਼ ਫੌਜੀਆਂ ਹੱਥੋਂ 5 ਬਸਤੀ ਲੋਕ ਮਾਰੇ ਜਾਣ ਉੱਤੇ ਖਿੱਚੋਤਾਣ ਵੱਧਦੀ ਹੈ। ਬੋਸਟਨ ਇਲਾਕੇ ਵਿੱਚ ਤੈਨਾਤ ਬ੍ਰਿਟਿਸ਼ ਫੌਜੀਆਂ ਦੀ ਗਿਣਤੀ ਵਧਾਉਣ ਕਰਕੇ ਸਥਾਨਕ ਲੋਕਾਂ ਨਾਲ ਟੈਂਸ਼ਨ, ਕਸ਼ੀਦਗੀ, ਖਿੱਚੋਤਾਣ ਪੈਦਾ ਹੁੰਦੀ ਹੈ। ਫੌਜੀਆਂ ਅਤੇ ਆਜ਼ਾਦੀ ਪਸੰਦ ਸ਼ਹਿਰੀਆਂ ਵਿਚਕਾਰ ਝੜਪਾਂ ਹੁੰਦੀਆਂ ਹਨ। ਟਾਊਨਸ਼ੈਡ ਐਕਟ ਪਾਰਲੀਮੈਂਟ ਅੰਦਰ ਪਾਸ ਕੀਤੇ ਐਕਟ ਦੀਆਂ ਕਈ ਧਾਰਾਵਾਂ ਨੂੰ ਜਬਰਨ ਲਾਗੂ ਕਰਨ ਲਈ
ਬੋਸਟਨ ਅੰਦਰ 1768 ਵਿੱਚ ਬ੍ਰਿਟਿਸ਼ ਫੌਜਾਂ ਭੇਜੀਆਂ ਜਾਂਦੀਆਂ ਹਨ। ਟਾਊਨਸ਼ੈਂਡ ਐਕਟ ਦੀ ਮਨਸ਼ਾ ਅਨੁਸਾਰ ਬਸਤੀਆਂ ਅੰਦਰ ਬਸਤੀ ਗਵਰਨਰ ਅਤੇ ਅਦਾਲਤਾਂ ਕਾਇਮ ਕੀਤੀਆਂ ਜਾਣ ਅਤੇ ਜਿਨ੍ਹਾਂ ਦਾ ਮੁੱਖ ਮੰਤਵ ਹੈ ਵਪਾਰ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਨਾ ਅਤੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਉੱਤੇ ਟੈਕਸ ਲਾਉਣੇ। ਇੱਕ ਖੁਫੀਆ ਸੰਸਥਾ ਹੈ ਦੀ ਸੰਸ ਆਫ ਲਿਬਰਟੀ, ਆਜ਼ਾਦੀ ਦੇ ਬੇਟੇ। ਇਹਨਾਂ ਦੀ ਉਕਸਾਹਟ ਹੇਠਾਂ ਬਸਤੀ ਲੋਕ ਫੌਜੀਆਂ ਦੀ ਇੱਕ ਟੁਕੜੀ ਵਿਰੁੱਧ ਖੜ੍ਹੇ ਹੋ ਕੇ ਉਹਨਾਂ ਨੂੰ ਤਾਹਨੇ ਮਾਰਦੇ ਹਨ ਅਤੇ ਬਰਫ਼ ਗੋਲੇ ਸੁੱਟਦੇ ਹਨ। ਡਰੇ ਹੋਏ ਬ੍ਰਿਟਿਸ਼ ਫੌਜੀਆਂ ਦਾ ਪ੍ਰਤੀਕਰਮ ਲੋੜ ਤੋਂ ਜ਼ਿਆਦਾ ਹੁੰਦਾ ਹੈ। ਉਹ ਗੋਲੀ ਚਲਾਉਂਦੇ ਹਨ ਅਤੇ 5 ਅਮਰੀਕਨ ਬਸਤੀ ਲੋਕ ਮਾਰੇ ਜਾਂਦੇ ਹਨ। ਬੋਸਟਨ ਕਤਲਾਂ ਦੀ ਵਧਾ ਚੜ੍ਹਾ ਕੇ ਚੱਲਦੀ ਖਬਰ ਕੁੱਲ ਬਸਤੀਆਂ ਅੰਦਰ ਇਨਕਲਾਬੀ ਭਾਵਨਾ ਉਜਾਗਰ ਕਰਨ ਵਿੱਚ ਸਹਾਇਕ ਹੁੰਦੀ ਹੈ।